Hello students, this is Gurdeep Singh from Xavier International School Chika. Today we are going to start grammar part for class 9 and 10. ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਵਿਆਕਰਨ ਅਤੇ ਰਚਨਾਵਲੀ ਕਲਾਸ 10ਵੀਂ ਦੇ ਸਬਜੈਕਟ ਦਾ ਜੋ ਸਿਲੇਬਸ ਹੈ ਉਸ ਦਾ ਇੱਕ ਵਿਸ਼ਾ ਹੈ ਕਿਰਿਆ ਵਿਸ਼ੇਸ਼ਣ। ਅਸੀਂ ਉਸ ਦੇ ਬਾਰੇ ਪੜ੍ਹਾਂਗੇ। ਉਹ ਪੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਆਕਰਨ ਕੀ ਚੀਜ਼ ਹੁੰਦੀ ਹੈ। ਵਿਦਿਆਰਥੀਓ, ਭਾਸ਼ਾ ਚਾਹੇ ਕੋਈ ਵੀ ਹੋਵੇ, ਜੇਕਰ ਅਸੀਂ ਉਸ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਰੂਪ ਨੂੰ ਸਮਝਣਾ ਹੈ ਤਾਂ ਸਾਨੂੰ ਉਸ ਭਾਸ਼ਾ ਦੇ ਵਿਆਕਰਨ ਦਾ ਗਿਆਨ ਹੋਣਾ ਬਹੁਤ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਜੇਕਰ ਸਾਨੂੰ ਵਿਆਕਰਨ ਦੀ ਸਹੀ ਸਮਝ ਨਾ ਹੋਵੇ ਤਾਂ ਅਸੀਂ ਉਸ ਭਾਸ਼ਾ ਦੇ ਮਿਆਰੀ ਅਤੇ ਸ਼ੁੱਧ ਰੂਪ ਨੂੰ ਨਹੀਂ ਜਾਣ ਸਕਦੇ। ਸੋ ਵਿਦਿਆਰਥੀਓ, ਅਸੀਂ ਅੱਜ ਜੋ ਇੱਕ ਗ੍ਰਾਮਰ ਦਾ ਲੈਸਨ, ਇੱਕ ਪਾਠ ਸ਼ੁਰੂ ਕਰਨ ਜਾ ਰਹੇ ਹਾਂ, ਉਸ ਦਾ ਨਾਮ ਹੈ ਕਿਰਿਆ ਵਿਸ਼ੇਸ਼ਣ। ਵਿਦਿਆਰਥੀਓ ਦੇਖੋ, ਇੱਕ ਸ਼ਬਦ ਹੈ ਕਿਰਿਆ। ਕਿਰਿਆ ਸ਼ਬਦ ਕੀ ਹੈ? ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਕ ਦੇ ਵਿੱਚ ਕੋਈ ਕੰਮ ਹੋ ਰਿਹਾ ਹੈ, ਉਸ ਨੂੰ ਅਸੀਂ ਬੋਲਦੇ ਹਾਂ ਕਿਰਿਆ, ਭਾਵ ਜਿਸ ਤੋਂ ਕੰਮ ਦੇ ਹੋਣ ਦਾ ਸਾਨੂੰ ਗਿਆਨ ਹੁੰਦਾ ਹੈ। ਹੁਣ ਇੱਕ ਸ਼ਬਦ ਹੈ ਕਿਰਿਆ ਵਿਸ਼ੇਸ਼ਣ। ਕਿਰਿਆ ਵਿਸ਼ੇਸ਼ਣ ਦਾ ਕੀ ਮਤਲਬ ਹੈ ਕਿ ਜੋ ਕਿਰਿਆ ਹੋ ਰਹੀ ਹੈ ਉਸ ਦੀ ਵਿਸ਼ੇਸ਼ਤਾ ਕੀ ਹੈ। ਦੇਖੋ, ਜਿਸ ਤਰ੍ਹਾਂ ਰਾਮ ਦੌੜ ਰਿਹਾ ਹੈ। ਹੁਣ ਦੇਖੋ, ਦੌੜਨਾ ਕੀ ਹੈ? ਰਾਮ ਦੀ ਕਿਰਿਆ ਹੈ। ਹੁਣ ਜੇਕਰ ਅਸੀਂ ਕਹਿੰਦੇ ਹਾਂ ਕਿ ਰਾਮ ਹੌਲੀ ਦੌੜ ਰਿਹਾ ਹੈ ਜਾਂ ਫਿਰ ਰਾਮ ਤੇਜ਼ ਦੌੜ ਰਿਹਾ ਹੈ, ਇਹ ਜੋ ਹੌਲੀ ਅਤੇ ਤੇਜ਼ ਸ਼ਬਦ ਨੇ ਇਹ ਦੌੜਨ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਨੇ, ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ। ਬਾਕੀ ਅਸੀਂ ਇਹ ਕਿਰਿਆ ਵਿਸ਼ੇਸ਼ਣ ਦੀ ਪਹਿਲਾਂ ਪਰਿਭਾਸ਼ਾ ਕਰਾਂਗੇ ਅਤੇ ਫਿਰ ਇਸ ਦੀਆਂ ਜੋ ਕਿਸਮਾਂ ਹਨ ਅਸੀਂ ਫਿਰ ਉਹਨਾਂ ਨੂੰ ਇੱਕ ਇੱਕ ਕਰਕੇ ਪੜ੍ਹਾਂਗੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਜੋ ਹੈ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਨੂੰ ਜਾਣ ਲੈਂਦੇ ਹਾਂ ਕਿ ਕਿਰਿਆ ਵਿਸ਼ੇਸ਼ਣ ਹੁੰਦਾ ਕੀ ਹੈ। ਹਾਂਜੀ ਸਟੂਡੈਂਟਸ, ਦੇਖੋ ਬੇਟਾ, ਕਹਿੰਦੇ ਵਾਕ ਦੇ ਵਿੱਚ ਦੇਖੋ, ਵਾਕ ਦਾ ਮਤਲਬ ਕੀ ਹੈ? ਸੈਂਟੈਂਸ। ਜੋ ਇੱਕ ਲਾਈਨ, ਇੱਕ ਸੈਂਟੈਂਸ ਕੰਪਲੀਟ ਲਿਖਿਆ ਹੋਇਆ ਉਹਨੂੰ ਅਸੀਂ ਬੋਲਦੇ ਹਾਂ ਵਾਕ। ਅਤੇ ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਕਿਰਿਆ ਵਿਸ਼ੇਸ਼ਣ ਵਿੱਚ ਕਿਸੇ ਕੰਮ ਦੇ ਹੋਣ ਦਾ ਸਮਾਂ, ਸਾਨੂੰ ਉਹ ਜਿਹੜਾ ਵਿਸ਼ੇਸ਼ਣ ਹੈ ਇਹ ਸਮਾਂ ਦੱਸਦਾ ਹੈ ਕਿ ਕਿਰਿਆ ਕਿਸ ਸਮੇਂ ਹੋਈ ਸੀ। ਸਥਾਨ, ਕਿਸ ਸਥਾਨ 'ਤੇ ਹੋਈ ਸੀ। ਕਾਰਜ, ਅਨੁਮਾਨ, ਢੰਗ, ਨਿਸ਼ਚਾ ਆਦਿ ਰਾਹੀਂ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ। ਵਾਕ ਵਿੱਚ ਕਿਰਿਆ ਵਿਸ਼ੇਸ਼ਣ ਆਮ ਕਰਕੇ ਕਿਰਿਆ ਤੋਂ ਪਹਿਲਾਂ ਆਉਂਦੇ ਹਨ। ਜ਼ਿਆਦਾਤਰ ਜਿਹੜੇ ਵਿਸ਼ੇਸ਼ਣ ਹੁੰਦੇ ਹਨ ਇਹ ਕਿਰਿਆ ਤੋਂ ਪਹਿਲਾਂ ਆਉਂਦੇ ਹਨ, ਕਿਉਂਕਿ ਇਹ ਕਿਰਿਆ ਦੀ ਵਿਸ਼ੇਸ਼ਤਾ ਨੂੰ ਦੱਸਦੇ ਹਨ। ਦੇਖੋ, ਜਿਵੇਂ ਕਿ ਵਿਸ਼ੇਸ਼ਣ ਕੁਛ ਹਨ, ਹੁਣ, ਕੱਲ੍ਹ, ਤੇਜ਼, ਹੌਲੀ, ਕਦੇ ਕਦਾਈ, ਤੜਕਸਾਰ ਆਦਿ। ਆਪਾਂ ਇੱਕ ਉਦਾਹਰਨ ਦੇ ਨਾਲ ਇਹਨੂੰ ਸਮਝਾਂਗੇ, ਸਾਨੂੰ ਜਲਦੀ ਸਮਝ ਵਿੱਚ ਆ ਜਾਏਗਾ। ਤੁਸੀਂ ਵਿਦਿਆਰਥੀਓ, ਸਟੂਡੈਂਟਸ, ਕਾਪੀ ਨੂੰ ਆਪਣੇ ਨਾਲ ਰੱਖਣਾ ਹੈ। ਜਿਹੜੇ ਇਹ ਮੈਂ ਤੁਹਾਨੂੰ ਇਹਨਾਂ ਦੀਆਂ ਕਿਸਮਾਂ ਲਿਖਾਊਂਗਾ, ਤੁਸੀਂ ਇਹਨਾਂ ਸਾਰੀਆਂ ਕਿਸਮਾਂ ਨੂੰ ਕਾਪੀ ਦੇ ਉੱਤੇ ਲਿਖਣਾ ਵੀ ਹੈ। ਦੇਖੋ, ਸਭ ਤੋਂ ਪਹਿਲਾਂ ਅਸੀਂ ਇੱਕ ਉਦਾਹਰਨ ਨੂੰ ਸਮਝਾਂਗੇ। ਰਮੇਸ਼ ਤੜਕਸਾਰ ਉੱਠ ਜਾਂਦਾ ਹੈ। ਦੇਖੋ ਬੇਟਾ, ਰਮੇਸ਼ ਇੱਕ ਨਾਮ ਹੈ, ਠੀਕ ਹੈ, ਅਤੇ ਜਿਹੜਾ ਤੜਕਸਾਰ ਸ਼ਬਦ ਹੈ ਇਹ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਇੱਕ ਸੈਂਟੈਂਸ ਹੋਰ ਅੱਗੇ ਹੈ, ਵਾਕ ਇੱਕ ਹੋਰ ਅੱਗੇ ਹੈ ਕਿ ਮਿਲਖਾ ਸਿੰਘ ਤੇਜ਼ ਦੌੜਦਾ ਸੀ। ਦੇਖੋ, ਮਿਲਖਾ ਸਿੰਘ ਨਾਮ ਹੋ ਗਿਆ, ਦੌੜਨਾ ਉਹਦੀ ਕਿਰਿਆ ਹੋ ਗਈ ਅਤੇ ਤੇਜ਼ ਉਸ ਦੀ ਕਿਰਿਆ ਦੀ ਵਿਸ਼ੇਸ਼ਤਾ ਹੋ ਗਈ ਕਿ ਭਾਈ ਮਿਲਖਾ ਸਿੰਘ ਜਿਹੜਾ ਦੌੜਦਾ ਸੀ ਇਹ ਬੜਾ ਤੇਜ਼ ਦੌੜਦਾ ਸੀ। ਇਹ ਉਸ ਦੀ ਕਿਰਿਆ ਦੀ ਵਿਸ਼ੇਸ਼ਤਾ ਹੋ ਗਈ। ਵਿਦਿਆਰਥੀਓ, ਅੱਗੇ ਅਸੀਂ ਕਿਰਿਆ ਵਿਸ਼ੇਸ਼ਣ ਦੇ ਕਿਸਮਾਂ ਨੂੰ ਪੜ੍ਹਾਂਗੇ। ਦੇਖੋ, ਇਸ ਦੇ ਜੋ ਕਿਰਿਆ ਵਿਸ਼ੇਸ਼ਣ ਹੁੰਦੀ ਹੈ ਇਸ ਦੀਆਂ ਕੁੱਲ 8 ਕਿਸਮਾਂ ਹੁੰਦੀਆਂ ਹਨ। ਇਹਨਾਂ 8 ਕਿਸਮਾਂ ਨੂੰ ਅਸੀਂ ਬਾਰੀ ਸਿਰ ਜੋ ਹੈ ਪਰਿਭਾਸ਼ਿਤ ਕਰਾਂਗੇ ਅਤੇ ਉਸ ਦੇ ਨਾਲ ਇੱਕ ਦੋ ਇਹਨਾਂ ਦੇ ਜੋ ਉਦਾਹਰਨਾਂ ਹਨ ਉਹ ਵੀ ਅਸੀਂ ਪੜ੍ਹਾਂਗੇ। ਅਤੇ ਤੁਸੀਂ, ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਹੀਂ ਬਣਾ ਸਕਦੇ, ਇਸ ਕਰਕੇ ਮੈਂ ਕੁਝ ਸ਼ਾਰਟ ਵਿੱਚ ਹੀ ਦੱਸਣ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਉਸ ਨੂੰ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ। ਦੇਖੋ, ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ। ਵਿਦਿਆਰਥੀਓ, ਕਾਲ ਤੁਹਾਨੂੰ ਸਭ ਨੂੰ ਪਤਾ ਹੈ, ਕਾਲ ਹੁੰਦਾ ਹੈ ਸਮਾਂ, ਇੱਕ ਸਮਾਂ। ਦੇਖੋ, ਉਹ ਕਿਰਿਆ ਵਿਸ਼ੇਸ਼ਣ
ਜਿਹੜੇ ਸ਼ਬਦ ਕਿਰਿਆ ਵਿਸ਼ੇਸ਼ਣ ਦੇ ਸਾਨੂੰ ਕਿਸੇ ਕਿਰਿਆ ਦੇ ਹੋਣ ਦੇ ਸਮੇਂ ਦਾ ਗਿਆਨ ਕਰਾਉਣ ਉਹਨੂੰ ਬੋਲਦੇ ਨੇ ਕਾਲਵਾਚਕ। ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਜਾਂ ਵਾਪਰਨ ਦਾ ਸਮਾਂ ਦੱਸਣ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਕਿ ਅੱਜ, ਕੱਲ੍ਹ, ਹੁਣੇ, ਸਵੇਰੇ ਸਵੇਰੇ, ਕਦੇ, ਕਦੋਂ, ਹਰ ਰੋਜ਼, ਪਰਸੋਂ, ਤੁਰੰਤ ਆਦਿ। ਦੇਖੋ ਵਿਦਿਆਰਥੀਓ, ਜੋ ਇਹ ਸ਼ਬਦ ਮੈਂ ਪੜ੍ਹੇ ਨੇ ਇਹ ਸਾਰੇ ਸਮੇਂ ਨੂੰ ਗਿਆਤ ਕਰਾਉਂਦੇ ਨੇ, ਭਾਵ ਕਿ ਕਾਲ ਬਾਰੇ ਦੱਸਦੇ ਹਨ। ਜਿਹੜੇ ਸ਼ਬਦ ਕਿਰਿਆ ਦੇ ਹੋਣ ਜਾਂ ਵਾਪਰਨ ਦਾ ਸਮਾਂ ਦੱਸਣ, ਭਾਵ ਜੋ ਕੰਮ ਹੋਇਆ ਹੈ ਉਹ ਕਿਸ ਸਮੇਂ ਦੇ ਵਿੱਚ ਹੋਇਆ ਸੀ, ਜਾਂ ਫਿਰ ਹੋਇਆ ਸੀ, ਜਾਂ ਫਿਰ ਹੋਵੇਗਾ, ਜਾਂ ਫਿਰ ਹੋਇਆ ਹੈ, ਕਿਸ ਸਮੇਂ ਦੇ ਵਿੱਚ ਹੋਇਆ ਹੈ, ਇਸ ਨੂੰ ਬੋਲਦੇ ਨੇ ਕਾਲਵਾਚਕ ਕਿਰਿਆ ਵਿਸ਼ੇਸ਼ਣ। ਮੈਂ ਸ਼ਹਿਰ ਕੱਲ੍ਹ ਜਾਵਾਂਗਾ। ਦੇਖੋ ਵਿਦਿਆਰਥੀਓ, ਜਾਣਾ ਉਹਦੀ ਕਿਰਿਆ ਹੈ, ਠੀਕ ਹੈ, ਕੱਲ੍ਹ ਉਹਦੀ ਵਿਸ਼ੇਸ਼ਤਾ ਹੈ। ਮੈਂ ਕੱਲ੍ਹ ਜਾਵਾਂਗਾ ਸ਼ਹਿਰ। ਇਹ ਇੱਥੇ ਕਦੋਂ ਆਇਆ ਸੀ, ਜਿਹੜਾ ਹੁਣ ਇਹ ਸ਼ਬਦ ਹੈ, ਦੇਖੋ ਇਹਦੇ ਵਿੱਚ ਕਦੋਂ, ਇਹ ਵੀ ਕਾਲ ਬਾਰੇ ਦੱਸ ਰਿਹਾ ਹੈ। ਉਹ ਹਰ ਰੋਜ਼ ਖੇਡਣ ਜਾਂਦਾ ਹੈ, ਠੀਕ ਹੈ ਬੇਟਾ। ਜਿਹੜਾ ਹਰ ਰੋਜ਼ ਹੈ ਉਰੇ ਇਹ ਵੀ ਸਾਨੂੰ ਕਾਲ ਦਾ ਗਿਆਤ ਕਰਾ ਰਿਹਾ ਹੈ ਕਿ ਉਹ ਖੇਡਣ ਤਾਂ ਜਾਂਦਾ ਹੈ ਪਰ ਉਹ ਹਰ ਰੋਜ਼, ਜਾਂ ਫਿਰ ਆਪਾਂ ਗੱਲ ਕਰੀਏ ਕਦੋਂ ਖੇਡਣ ਗਿਆ ਸੀ, ਇਹ ਵੀ ਕਾਲ ਵਾਲੇ ਹੋ ਗਿਆ, ਠੀਕ ਹੈ। ਉਹ ਹਰ ਰੋਜ਼ ਖੇਡਣ ਜਾਂਦਾ ਹੈ, ਇਹ ਵੀ ਕਾਲ ਬਾਰੇ ਹੀ ਹੋ ਗਿਆ। ਸੋ ਇਹ ਸਾਰੇ ਸ਼ਬਦ ਸਾਨੂੰ ਕਾਲ ਦੇ ਬਾਰੇ ਗਿਆਨ ਕਰਾਉਂਦੇ ਹਨ। ਮੈਨੂੰ ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ। ਬਾਕੀ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਸ ਨੂੰ ਆਪ ਇੱਕ ਵਾਰ ਪੜ੍ਹਨ ਦਾ ਯਤਨ ਕਰਿਆ ਕਰੋ, ਠੀਕ ਹੈ। ਜਿਹੜੇ ਸ਼ਬਦ ਕਿਰਿਆ ਦੇ ਹੋਣ ਦਾ ਜਾਂ ਵਾਪਰਨ ਦਾ ਸਮਾਂ ਦੱਸਣ, ਕਾਲਵਾਚਕ। ਅੱਗੇ ਵਿਦਿਆਰਥੀਓ ਆ ਗਿਆ ਦੇਖੋ ਸਥਾਨਵਾਚਕ। ਸਥਾਨ ਮੀਨਸ ਤੁਹਾਨੂੰ ਪਤਾ ਹੈ ਪਲੇਸ, ਜਗ੍ਹਾ ਹੋ ਗਈ। ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਸੇ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ, ਭਾਵ ਕਿ ਜੋ ਕਿਰਿਆ ਹੋਈ ਹੈ ਉਸ ਦਾ ਸਥਾਨ ਕੀ ਹੈ, ਉਸ ਦਾ ਪਲੇਸ ਕੀ ਹੈ, ਉਸ ਦੀ ਜਗ੍ਹਾ ਕੀ ਹੈ, ਸਾਨੂੰ ਉਹਨਾਂ ਦਾ ਗਿਆਨ ਕਰਾਉਂਦੇ ਹਨ। ਉਹਨਾਂ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਇੱਧਰ, ਉੱਧਰ, ਨੇੜੇ, ਪਾਸ, ਸੱਜੇ, ਖੱਬੇ, ਪਰਾਂ, ਉਰੇ, ਕੱਲ੍ਹ, ਅੰਦਰ, ਬਾਹਰ ਆਦਿ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹਨ। ਦੇਖੋ ਵਿਦਿਆਰਥੀਓ, ਅਸੀਂ ਦੋ ਪੜ੍ਹੇ ਨੇ ਹੁਣ ਤੱਕ। ਪਹਿਲਾ ਕਾਲਵਾਚਕ ਜੋ ਸਮੇਂ ਦਾ ਗਿਆਤ ਕਰਾਵੇ ਵਿਸ਼ੇਸ਼ਣ ਸਾਨੂੰ, ਅਤੇ ਦੂਜਾ ਅਸੀਂ ਪੜ੍ਹਿਆ ਹੈ ਹੁਣ ਸਥਾਨਵਾਚਕ, ਜਿਹੜਾ ਸਾਨੂੰ ਕਿਸੇ ਜਗ੍ਹਾ ਦਾ ਸਾਨੂੰ ਪਤਾ ਲੱਗੇ ਕਿ ਜੋ ਕਿਰਿਆ ਹੋਈ ਹੈ, ਕਿਰਿਆ ਵਾਪਰੀ ਹੈ ਜਾਂ ਫਿਰ ਕਿਰਿਆ ਹੋ ਰਹੀ ਹੈ, ਉਹ ਕਿਸ ਥਾਂ ਦੇ ਉੱਤੇ ਹੋ ਰਹੀ ਹੈ, ਉਹ ਸਾਨੂੰ ਦੱਸੇ। ਜਿਸ ਤਰ੍ਹਾਂ ਬੱਚਾ ਅੰਦਰ ਬੈਠਾ ਹੈ, ਤੁਸੀਂ ਉੱਪਰ ਬੈਠੋ। ਇਹ ਜੋ ਅੰਦਰ ਅਤੇ ਉੱਪਰ, ਇਹ ਵਿਦਿਆਰਥੀਓ ਸਥਾਨ ਬਾਰੇ ਸਾਨੂੰ ਗਿਆਨ ਦੇ ਰਹੇ ਹਨ। ਸਾਨੂੰ ਇੱਥੋਂ ਪਤਾ ਲੱਗਦਾ ਹੈ ਕਿ ਜੋ ਬੈਠਣਾ ਹੈ ਜਾਂ ਫਿਰ ਬੈਠੋ ਹੈ ਉਹ ਕਿਸ ਸਥਾਨ ਦੇ ਉੱਤੇ ਹੈ। ਕਲੀਅਰ ਹੈ ਸਟੂਡੈਂਟਸ ਗੱਲ? ਇਹ ਨਾ ਪਤਾ ਲੱਗੇ ਤੁਸੀਂ ਮੈਨੂੰ ਜੋ ਆਪਣਾ ਆਪਣਾ YouTube ਦੇ ਉੱਤੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਕੋਈ ਗੱਲ ਨਹੀਂ, ਮੈਂ ਦੁਬਾਰਾ ਸਮਝਾ ਦਾਂਗਾ ਸਾਰਾ ਕੁਝ, ਠੀਕ ਹੈ ਵਿਦਿਆਰਥੀਓ। ਦੋ ਤਰ੍ਹਾਂ ਦੇ ਆਪਾਂ ਪੜ੍ਹ ਚੁੱਕੇ ਹਾਂ, ਪਹਿਲਾ ਕਾਲਵਾਚਕ, ਦੂਜਾ ਸਥਾਨਵਾਚਕ। ਬਹੁਤ ਆਸਾਨ ਨੇ ਦੋਨੇ। ਕਾਲ ਸਾਨੂੰ ਸਮੇਂ ਦਾ ਗਿਆਤ ਕਰਾਉਂਦਾ ਹੈ ਅਤੇ ਸਥਾਨ ਸਾਨੂੰ ਜਗ੍ਹਾ ਦਾ ਗਿਆਨ ਕਰਾਉਂਦਾ ਹੈ। ਬਸ ਅੱਗੇ ਦੇਖੋ ਵਿਦਿਆਰਥੀਓ, ਅੱਗੇ ਬੇਟਾ ਆ ਗਿਆ ਦੇਖੋ ਪ੍ਰਕਾਰ ਜਾਂ ਫਿਰ ਵਿਧੀ। ਪ੍ਰਕਾਰ ਜਾਂ ਫਿਰ ਵਿਧੀ ਭਾਵ ਕਿ ਮੈਨਰ, ਕਿਸ ਤਰੀਕੇ ਦੇ ਨਾਲ ਕਿਰਿਆ ਹੋਈ ਹੈ ਜਾਂ ਫਿਰ ਹੋ ਰਹੀ ਸੀ। ਦੇਖੋ ਬੇਟਾ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਵਿਧੀ ਦਾ ਪਤਾ ਲੱਗੇ, ਭਾਵ ਜੋ ਕਿਰਿਆ ਹੋਈ ਹੈ ਉਹ ਕਿਸ ਢੰਗ ਦੇ ਨਾਲ ਹੋਈ ਹੈ, ਕਿਸ ਮੈਨਰ ਦੇ ਨਾਲ ਹੋਈ ਹੈ, ਕਿਸ ਪੈਟਰਨ ਦੇ ਨਾਲ ਹੋਈ ਹੈ, ਕਿਸ ਵਿਧੀ ਨਾਲ ਹੋਈ ਹੈ, ਸਾਨੂੰ ਇਹ ਸਾਰਾ ਕੁਝ ਸਾਨੂੰ ਪਤਾ ਲੱਗੇ। ਇਹ ਕਿਰਿਆ ਦੀ ਵਿਸ਼ੇਸ਼ਤਾ ਹੈ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਅਤੇ ਤਰੀਕਾ, ਵਿਧੀ ਪਤਾ ਲੱਗੇ, ਉਸ ਨੂੰ ਵਿਧੀਵਾਚਕ ਅਥਵਾ ਜਾਂ ਫਿਰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿ ਹੌਲੀ, ਛੇਤੀ, ਜਿਵੇਂ, ਤਿਵੇਂ, ਕਿਸ ਤਰ੍ਹਾਂ, ਸਹਿਜੇ, ਸਹਿਜੇ ਮੀਨਸ ਹੌਲੀ, ਝਟਪਟ, ਜ਼ਿਕਰ ਮੀਨਸ ਜਿਵੇਂ ਕਿ ਆਦਿ। ਇਹ ਵਿਧੀਵਾਚਕ ਅਤੇ ਕਿਰਿਆਵਾਚਕ ਵਿਸ਼ੇਸ਼ਣ ਹਨ। ਜਿਵੇਂ ਦੇਖੋ ਵਿਦਿਆਰਥੀਓ, ਹੁਣ ਸਾਨੂੰ ਐਗਜ਼ਾਮਪਲ ਨਾਲ ਸਮਝ ਲੱਗ ਜਾਣਾ ਹੈ ਕਿ ਬਾਬਾ ਰੁਕ ਰੁਕ ਕੇ ਤੁਰਦਾ ਹੈ। ਦੇਖੋ ਬਾਬੇ ਦੀ ਕਿਰਿਆ ਕੀ ਹੈ? ਤੁਰਨਾ। ਬਾਬਾ ਤੁਰ ਰਿਹਾ ਹੈ, ਇਹ ਉਸ ਦੀ ਕਿਰਿਆ ਹੈ। ਪਰ ਜਿਹੜਾ ਬਾਬਾ ਤੁਰ ਰਿਹਾ ਹੈ ਉਸ ਦਾ ਵਿਧੀ ਕੀ ਹੈ, ਪ੍ਰਕਾਰ ਕੀ ਹੈ, ਮੈਨਰ ਕੀ ਹੈ ਤੁਰਨ ਦਾ? ਉਹ ਹੈ ਰੁਕ ਰੁਕ ਕੇ ਤੁਰਨਾ। ਹੁਣ ਉਰੇ ਰੁਕ ਰੁਕ ਕੇ ਜੋ ਹੈ ਇਹ ਉਸ ਦੀ ਵਿਸ਼ੇਸ਼ਤਾ ਹੈ ਕਿਰਿਆ ਦੀ। ਮੈਂ ਝਟਪਟ ਪਹੁੰਚ ਗਿਆ, ਮੈਂ ਪਹੁੰਚ ਗਿਆ, ਮੇਰੀ ਕਿਰਿਆ ਹੈ।
ਤੇ ਉਸ ਦੀ ਵਿਸ਼ੇਸ਼ਤਾ ਕੀ ਹੈ? ਝਟਪਟ, ਨਾਲ ਦੀ ਨਾਲ, ਸਡਨਲੀ, ਇੱਕੋ ਦਮ, ਇਹ ਉਹਦੀ ਵਿਸ਼ੇਸ਼ਤਾ ਹੋ ਗਈ। ਠੀਕ ਹੈ ਵਿਦਿਆਰਥੀਓ, ਆਪਣੇ 3 ਤਰੀਕੇ ਹੋ ਚੁੱਕੇ ਨੇ, 3 ਕਿਸਮਾਂ ਹੋ ਚੁੱਕੀਆਂ ਹਨ। ਨਾਲ ਹੁੰਦੇ ਮੈਂ ਰਿਵਾਈਜ਼ ਵੀ ਕਰਵਾਉਂਗਾ ਤੁਹਾਨੂੰ। ਪਹਿਲਾ ਹੈ ਆਪਣਾ ਕਾਲਵਾਚਕ, ਦੂਜਾ ਹੈ ਆਪਣਾ ਸਥਾਨਵਾਚਕ, ਤੀਸਰਾ ਹੈ ਆਪਣਾ ਪ੍ਰਕਾਰ ਵਿਧੀਵਾਚਕ। ਅੱਗੇ ਆਪਾਂ ਚੌਥੇ ਵਿਸ਼ੇਸ਼ਣ ਦੀ ਗੱਲ ਕਰਨ ਜਾ ਰਹੇ ਹਾਂ। ਚੌਥਾ ਵਿਸ਼ੇਸ਼ਣ ਵਿਦਿਆਰਥੀਓ ਜੋ ਹੈ ਗਿਣਤੀ ਜਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇ ਕਿ ਕਿਰਿਆ ਜੋ ਹੈ ਉਹ ਕਿਸ ਤਰ੍ਹਾਂ ਹੋ ਰਹੀ ਹੈ, ਕਿੰਨੇ ਵਾਰ ਹੋਈ ਹੈ, 1 ਵਾਰ ਹੋਈ ਹੈ, 2 ਵਾਰ ਹੋਈ ਹੈ, ਬਾਰ-ਬਾਰ ਹੋਈ ਹੈ, ਵਗੈਰਾ ਵਗੈਰਾ। ਦੇਖੋ, ਗਿਣਤੀ ਜਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ, ਜਿਨ੍ਹਾਂ ਸ਼ਬਦਾਂ ਤੋਂ ਕੰਮ ਦੀ ਗਿਣਤੀ ਦਾ ਪਤਾ ਲੱਗੇ। ਸਿੰਪਲ ਜੀ ਗੱਲ ਹੈ, ਸਾਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ। ਜਿਨ੍ਹਾਂ ਸ਼ਬਦਾਂ ਤੋਂ ਕੰਮ ਦੀ ਗਿਣਤੀ ਦਾ ਪਤਾ ਲੱਗੇ ਜਾਂ ਵਾਰੀ ਦਾ ਪਤਾ ਲੱਗੇ, ਭਾਵ ਕਿੰਨੇ ਵਾਰੀ, ਠੀਕ ਹੈ, ਉਹਨਾਂ ਨੂੰ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿ ਇੱਕੋ ਵਾਰ, ਘੜੀ ਮੁੜੀ, ਬਾਰ-ਬਾਰ, ਦੁਬਾਰਾ, ਦੋ, ਕਈ ਆਦਿ। ਦੇਖੋ, ਉਰੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਕੋਈ ਕੰਮ ਇੱਕੋ ਵਾਰ ਹੋਇਆ ਹੈ, ਘੜੀ ਮੁੜੀ ਹੋਇਆ ਹੈ, ਭਾਵ ਬਾਰ-ਬਾਰ ਹੋਇਆ ਹੈ, ਠੀਕ ਹੈ, ਦੁਬਾਰਾ ਹੋਇਆ ਹੈ, 2 ਵਾਰ ਹੋਇਆ ਹੈ, ਜਾਂ ਫਿਰ ਕਈ ਵਾਰ ਹੋਇਆ ਹੈ। ਸਿੰਪਲ ਜੀ ਗੱਲ ਹੈ, ਇਹ ਸ਼ਬਦ ਸਾਰੇ ਗਿਣਤੀ ਅਤੇ ਸੰਖਿਆ ਨੂੰ ਦਰਸਾ ਰਹੇ ਹਨ। ਉਹ ਬਾਰ-ਬਾਰ ਗਲਤੀ ਕਰਦਾ ਹੈ। ਦੇਖੋ, ਗਲਤੀ ਤਾਂ ਕਰ ਰਿਹਾ ਹੈ, ਪਰ ਉਸ ਗਲਤੀ ਦੀ ਵਿਸ਼ੇਸ਼ਤਾ ਕੀ ਹੈ? ਉਹ ਗਲਤੀ ਬਾਰ-ਬਾਰ ਕਰ ਰਿਹਾ। ਉਹ ਗਿਣਤੀ ਦੇ ਵਿੱਚ ਜੇਕਰ ਅਸੀਂ ਕਹੀਏ ਗਲਤੀ ਕਿੰਨੀ ਵਾਰ ਕੀਤੀ ਹੈ, ਤਾਂ ਸਾਨੂੰ ਪਤਾ ਨਹੀਂ ਗਲਤੀ ਕਿੰਨੀ ਵਾਰ ਕੀਤੀ ਹੈ, ਪਰ ਗਲਤੀ ਜੋ ਹੈ ਉਹ ਬਾਰ-ਬਾਰ ਕਰ ਰਿਹਾ ਹੈ। ਹੋ ਸਕਦਾ ਉਹ ਬਾਰ-ਬਾਰ 4 ਵਾਰ ਹੋਵੇ, 5 ਵਾਰ ਹੋਵੇ, 6 ਵਾਰ ਹੋਵੇ, ਪਰ ਜਦੋਂ ਆਪਾਂ ਬਾਰ-ਬਾਰ ਗੱਲ ਕਹਿਤੀ ਤੁਹਾਨੂੰ ਇੱਥੋਂ ਸਾਨੂੰ ਪਤਾ ਲੱਗਦਾ ਕਿ ਉਹ ਹਰ ਵਾਰ ਉਹ ਗਲਤੀ ਹੀ ਕਰ ਰਿਹਾ ਹੈ। ਮੈਂ ਤੈਨੂੰ ਕਈ ਵਾਰ ਮਾफ़ ਕਰ ਚੁੱਕਿਆ ਹਾਂ। ਦੇਖੋ, ਉਰੇ ਕਈ ਵਾਰ ਦਾ ਮਤਲਬ ਵੀ ਇਹੀ ਆ ਗਿਆ ਵਿਦਿਆਰਥੀਓ। ਇਹ ਸਾਨੂੰ ਗਿਣਤੀ ਦਾ ਗਿਆਤ ਕਰਾ ਰਿਹਾ ਹੈ ਕਿ ਜਿਹੜੀ ਇਹ ਗਲਤੀ ਉਹ ਮਾफ़ੀ ਮੰਗ ਰਿਹਾ ਹੈ, ਉਹ ਪਹਿਲੀ ਵਾਰ ਨਹੀਂ ਮੰਗ ਰਿਹਾ, ਉਹ ਪਹਿਲਾਂ ਵੀ ਕਈ ਵਾਰ ਮਾफ़ੀ ਮੰਗ ਚੁੱਕਿਆ ਹੈ, ਗਲਤੀ ਕਰ ਚੁੱਕਿਆ ਹੈ, ਅਤੇ ਮੈਂ ਕਈ ਵਾਰ ਮਾफ़ ਕਰ ਚੁੱਕਿਆ ਹਾਂ। ਇਹ ਉਹਦੀ ਗਲਤੀ ਦੀ ਵਿਸ਼ੇਸ਼ਤਾ ਹੈ ਕਿ ਉਹ ਕਈ ਵਾਰ ਮਾफ़ੀ ਮੰਗ ਚੁੱਕਿਆ ਹੈ ਅਤੇ ਮੈਂ ਉਹਨੂੰ ਕਈ ਵਾਰ ਮਾफ़ੀ ਦੇ ਚੁੱਕਿਆ ਹਾਂ। ਹੁਣ ਉਰੇ ਕਈ ਵਾਰ ਦੇ ਵਿੱਚ ਵੀ ਕਿੰਨੇ ਵਾਰ ਵੀ ਹੋ ਸਕਦਾ? ਦੇਖੋ, 10 ਵਾਰ ਵੀ ਹੋ ਸਕਦਾ, 5 ਵਾਰ ਵੀ ਹੋ ਸਕਦਾ, ਠੀਕ ਹੈ ਨਾ। ਇਹ ਜਿਸ ਤਰ੍ਹਾਂ ਵਾਰ-ਵਾਰ ਸ਼ਬਦ ਆ ਗਿਆ, ਕਈ ਵਾਰ ਆ ਗਿਆ, ਇਹ ਗਿਣਤੀ ਜਾਂ ਫਿਰ ਸੰਖਿਆ ਨੂੰ ਦਰਸਾ ਰਹੇ ਹਨ। ਹਾਂਜੀ ਵਿਦਿਆਰਥੀਓ, ਆਪਣਾ 5ਵਾਂ ਪੁਆਇੰਟ ਹੈ ਮਿਣਤੀ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ। ਦੇਖੋ, ਕੁਆਂਟਿਟੀ, ਜੋ ਐਡਵਰਬ ਆਫ ਕੁਆਂਟਿਟੀ, ਭਾਵ ਕਿ ਜੋ ਕਿਰਿਆ ਹੈ ਉਹਦੀ ਗਿਣਤੀ ਮਿਣਤੀ ਕੀ ਹੈ, ਉਹਦਾ ਪਰਿਮਾਣ ਕੀ ਹੈ, ਠੀਕ ਹੈ, ਉਹਦੀ ਕੁਆਂਟਿਟੀ ਕੀ ਹੈ, ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀ ਦਾ ਪਤਾ ਲੱਗੇ। ਠੀਕ ਹੈ, ਭਾਵ ਮਿਣਤੀ ਮੀਨਸ ਦੇਖੋ, ਜਿਸ ਤਰ੍ਹਾਂ ਅੱਧਾ ਹੋ ਗਿਆ, ਪੌਣਾ ਹੋ ਗਿਆ, ਠੀਕ ਹੈ ਨਾ, ਇਹ ਸਾਰੀ ਮਿਣਤੀ ਹੈ। ਮੀਟਰ ਹੋ ਗਿਆ, ਇਹ ਮਿਣਤੀ ਹੈ। ਅੱਗੇ ਦੇਖੋ, ਮਿਕਦਾਰ, ਪਰਿਮਾਣ, ਭਾਵ ਕਿ ਜੋ ਆਪਾਂ ਨੂੰ ਪੈਮਾਨੇ ਯੂਜ਼ ਕਰਨੇ ਪੈਂਦੇ ਨੇ ਕਈ ਵਾਰੀ ਕਿਸੇ ਚੀਜ਼ ਨੂੰ ਦਾ ਪਰਿਮਾਣ ਲੈਣ, ਮਿਕਦਾਰ ਯੂਜ਼ ਕਰਨਾ ਪੈਂਦਾ, ਵਰਤਣਾ ਪੈਂਦਾ। ਸਾਨੂੰ ਪਰਿਮਾਣ, ਪੈਮਾਨੇ ਵਰਤਣੇ ਪੈਂਦੇ ਹਨ ਕਿਸੇ ਚੀਜ਼ ਨੂੰ ਦਾ ਪਰਿਮਾਣ ਲੈਣ ਲਈ। ਜਿਸ ਤਰ੍ਹਾਂ ਮੰਨ ਲਓ ਆਪਾਂ ਦੁੱਧ ਨੂੰ ਅਸੀਂ ਦੀ ਮਿਣਤੀ ਕਰਨ ਲਈ ਸਾਡੇ ਕੋਲ ਅਸੀਂ ਬਰਤਨ ਯੂਜ਼ ਕਰਦੇ ਹਾਂ। ਹਾਂਜੀ, ਆਹ 1 ਲੀਟਰ ਦਾ ਹੈ, ਇਹ 2 ਲੀਟਰ ਦਾ ਹੈ, ਇਹ 3 ਲੀਟਰ ਦਾ ਹੈ, ਇਹ ਉਹਦਾ ਪੈਮਾਨਾ ਹੈ ਮਾਪਣ ਦਾ। ਉਸਨੂੰ ਦੇਖੋ, ਮਿਕਦਾਰ ਹੈ ਉਸਦਾ। ਮਿਣਤੀ, ਮਿਕਦਾਰ, ਪਰਿਮਾਣ ਆਦਿ ਦਾ ਪਤਾ ਲੱਗੇ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀ, ਮਿਕਦਾਰ, ਪਰਿਮਾਣ ਦਾ ਪਤਾ ਲੱਗੇ, ਉਹਨਾਂ ਨੂੰ ਗਿਣਤੀ ਜਾਂ ਪਰਿਮਾਣ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ ਰਤਾ ਕੁ, ਸਾਰਾ, ਅਧੂਰਾ, ਕਿੰਨਾ, ਜ਼ਰਾ ਕੁ, ਬੜਾ, ਊਣਾ, ਬਹੁਤਾ, ਥੋੜ੍ਹਾ ਆਦਿ। ਇਹ ਦੇਖੋ ਵਿਦਿਆਰਥੀਓ, ਜਿੰਨੇ ਸ਼ਬਦ ਅਸੀਂ ਮੈਂ ਤੁਹਾਨੂੰ ਪੜ੍ਹ ਕੇ ਦੱਸੇ ਨੇ ਹੁਣ, ਇਹਨਾਂ ਸਾਰਿਆਂ ਤੋਂ ਸਾਨੂੰ ਮਿਣਤੀ, ਪਰਿਮਾਣ, ਮਿਕਦਾਰ ਦਾ ਪਤਾ ਲੱਗ ਰਿਹਾ। ਰਤਾ ਕੁ ਭਾਵ ਥੋੜ੍ਹਾ ਕਾ, ਠੀਕ ਹੈ, ਸਾਰਾ ਕੰਪਲੀਟ ਹੋ ਗਿਆ। ਅਧੂਰਾ, ਜੋ ਪੂਰਾ ਨਾ ਹੋਵੇ। ਕਿੰਨਾ, ਪੁੱਛ ਰਿਹਾ ਕਿੰਨਾ। ਜ਼ਰਾ, ਜਿੰਨਾ, ਭਾਵ ਥੋੜ੍ਹਾ ਜਿਹਾ, ਠੀਕ ਹੈ। ਬੜਾ, ਭਾਵ ਜ਼ਿਆਦਾ ਹੀ। ਹੁਣ ਬੜਾ ਕੀਤਾ, ਕਿੰਨਾ ਹੋ ਗਿਆ। ਊਣਾ ਮੀਨਸ ਆਪਾਂ ਜੋ ਪੂਰੇ ਤੋਂ ਥੋੜ੍ਹਾ ਘੱਟ ਹੋਵੇ। ਇਸ ਤਰ੍ਹਾਂ ਊਣਾ ਗਲਾਸ, ਜੋ ਪੂਰਾ ਭਰਿਆ ਨਾ ਹੋਵੇ, ਅੱਧ ਤੋਂ ਜ਼ਿਆਦਾ ਹੋਵੇ। ਬਹੁਤਾ, ਥੋੜ੍ਹਾ ਆਦਿ। ਦੇਖੋ, ਮੈਨੂੰ ਜ਼ਰਾ ਕੁ ਨਮਕ ਦਿਓ।
ਇਹ ਨਮਕ ਆਪਾਂ ਲੈ ਰਹੇ ਹਾਂ, ਸਾਨੂੰ ਚਾਹੀਦਾ ਕਿੰਨਾ ਕੁ ਹੈ, ਜ਼ਰਾ ਕੁ। ਉਰੇ ਪਤਾ ਲੱਗਦਾ ਹੈ ਕਿ ਨਮਕ ਦੀ ਜੋ ਮਿਣਤੀ ਹੈ ਉਹ ਕੀ ਹੈ, ਜ਼ਰਾ ਕੁ ਹੈ। ਪਤੀਲੇ ਵਿੱਚ ਦੁੱਧ ਕਿੰਨਾ ਕੁ ਹੈ, ਦੇਖੋ ਹੁਣ ਪਤਾ ਨਹੀਂ ਉਹਦੇ 'ਚ ਕਿੰਨਾ ਦੁੱਧ ਹੈ, ਕਿਲੋ ਵੀ ਹੋ ਸਕਦਾ, 2 ਵੀ, ਕੀ ਪਤਾ ਕਿੰਨਾ ਦੁੱਧ ਉਹਦੇ ਵਿੱਚ। ਹੁਣ ਪਤੀਲੇ ਵਿੱਚ ਦੁੱਧ ਕਿੰਨਾ ਕੁ ਹੈ, ਭਾਵ ਕਿ ਉਰੇ ਉਸਦਾ ਜੋ ਹੈ ਉਸਦੀ ਪਰਿਮਾਣ ਪਤਾ ਕੀਤਾ ਜਾ ਰਿਹਾ ਹੈ ਕਿ ਜੋ ਉਸਦੇ ਵਿੱਚ ਦੁੱਧ ਹੈ ਉਹ ਕਿੰਨਾ ਹੈ, ਉਸਦੀ ਜੋ ਆਪਣੀ ਮਿਣਤੀ ਹੈ, ਭਾਵ ਦਾ ਜੋ ਪਰਿਮਾਣ ਹੈ ਉਹ ਕਿੰਨਾ ਹੈ। ਇਸ ਤਰ੍ਹਾਂ ਵਿਦਿਆਰਥੀਓ ਆਪਣੇ ਇਹ 5 ਕਿਸਮਾਂ ਆਪਾਂ ਕਿਰਿਆ ਵਿਸ਼ੇਸ਼ਣ ਦੀਆਂ ਕਰ ਚੁੱਕੇ ਹਾਂ। ਅੱਗੇ ਹੁਣ 6ਵੀਂ ਕਿਸਮ ਕਰਾਂਗੇ। ਵਿਦਿਆਰਥੀਓ ਅਗਲਾ ਜੋ ਸਾਡੀ ਕਿਸਮ ਹੈ ਕਿਰਿਆ ਵਿਸ਼ੇਸ਼ਣ ਦੀ, ਉਹ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ। ਸਾਨੂੰ ਪਤਾ ਲੱਗੇ ਉਹ ਸ਼ਬਦ ਜੋ ਦਰਸਾਉਣ ਕਿ ਵਾਕ ਦੇ ਵਿੱਚ ਜੋ ਕਿਰਿਆ ਹੈ ਉਸਨੇ ਹੋਣਾ ਹੈ ਜਾਂ ਫਿਰ ਨਹੀਂ ਹੋਣਾ ਹੈ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੇ ਹੋਣ ਦਾ ਜਾਂ ਫਿਰ ਨਾ ਹੋਣ ਦਾ ਸਾਨੂੰ ਪਤਾ ਲੱਗੇ ਉਸ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਜ਼ਰੂਰ, ਹਾਂਜੀ ਜ਼ਰੂਰ, ਭਾਵ ਕਿ ਨਿਰਣਾ ਹੈ, ਕੰਮ ਹੋਏਗਾ। ਸਤ ਵਚਨ, ਜੋ ਕਹਤਾ ਸਤ ਵਚਨ, ਹੋਏਗਾ ਜੀ ਉਹ। ਬਿਲਕੁਲ ਨਹੀਂ, ਇਹ ਵੀ ਨਿਰਣਾ ਹੈ ਕਿ ਅਸੀਂ ਨੇ ਕੰਮ ਨਹੀਂ ਕਰਨਾ। ਹਾਂਜੀ, ਬਹੁਤ ਅੱਛਾ, ਜ਼ਰੂਰ, ਠੀਕ ਹੈ ਜੀ। ਨਾ ਜੀ, ਨਹੀਂ ਜੀ, ਹਾਂ, ਨਾ ਆਦਿ, ਇਹ ਸਾਰੇ ਜਿਹੜੇ ਸ਼ਬਦ ਹਨ ਇਹ ਸਾਨੂੰ ਨਿਰਣਾ ਕਰਾਉਂਦੇ ਹਨ ਕਿ ਕਿਰਿਆ ਨੇ ਹੋਣਾ ਹੈ ਜਾਂ ਫਿਰ ਨਹੀਂ ਹੋਣਾ ਹੈ। ਜਿਸ ਤਰ੍ਹਾਂ ਹਾਂਜੀ ਤੁਹਾਡਾ ਹੁਕਮ ਸਿਰ ਮੱਥੇ, ਜੋ ਤੁਸੀਂ ਕਹਤਾ ਸਾਨੂੰ ਪ੍ਰਵਾਨ ਹੈ, ਜਿਵੇਂ ਤੁਸੀਂ ਕਹਤਾ ਸਾਨੂੰ ਪ੍ਰਵਾਨ ਹੈ, ਇਹ ਸਾਡਾ ਨਿਰਣਾ ਹੈ ਕਿ ਤੁਸੀਂ ਜੋ ਹੁਕਮ ਦਿੱਤਾ ਸਾਡੇ ਸਿਰ ਮੱਥੇ ਹੈ, ਭਾਵ ਕਿ ਅਸੀਂ ਉਹ ਮੰਨਾਂਗੇ। ਇਹ ਨਹੀਂ ਹੋ ਸਕਦਾ, ਉਰੇ ਵੀ ਨਿਰਣਾ ਹੈ ਕਿ ਇਹ ਕੰਮ ਹੋ ਹੀ ਨਹੀਂ ਸਕਦਾ। ਬਿਲਕੁਲ ਨਿਸ਼ਚੈ ਨਾਲ ਅਸੀਂ ਗੱਲ ਕਹਿ ਰਹੇ ਹਾਂ। ਕਲੀਅਰ ਹੈ ਸਟੂਡੈਂਟਸ। ਇਹ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਦਾ ਮਤਲਬ ਕੀ ਹੈ, ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਸ ਨੂੰ ਬੋਲਦੇ ਨੇ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਵੇਂ ਜ਼ਰੂਰ, ਸਤ ਬਚਨ, ਬਿਲਕੁਲ ਨਹੀਂ, ਹਾਂਜੀ ਵਗੈਰਾ। ਬਾਕੀ ਇੱਕ ਵਾਰ ਤੁਸੀਂ ਪਾਜ਼ ਕਰਕੇ ਜ਼ਰੂਰ ਆਪ ਪੜ੍ਹ ਲਿਓ। ਨਾ ਪਤਾ ਲੱਗੇ ਕੁਛ ਤਾਂ ਕਮੈਂਟ ਬਾਕਸ ਕੁਐਸਚਨ ਕਰ ਦਿਆ ਕਰੋ। ਵਿਦਿਆਰਥੀਓ ਅਗਲਾ ਸਾਡਾ ਦੇਖੋ ਜੋ ਪੁਆਇੰਟ ਹੈ ਉਹ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਉਹ ਸ਼ਬਦ ਜਿਨ੍ਹਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ। ਦੇਖੋ ਵਿਦਿਆਰਥੀਓ ਉੱਪਰ ਅਸੀਂ ਪੜ੍ਹਿਆ ਸੀਗਾ ਕਿ ਜਿਹੜੇ ਸ਼ਬਦ ਜਿਨ੍ਹਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਰੇ ਅਸੀਂ ਪੜ੍ਹ ਰਹੇ ਹਾਂ ਅੱਗੇ ਉਹਨਾਂ ਦਾ ਸਾਨੂੰ ਕਾਰਨ ਦਾ ਪਤਾ ਲੱਗੇ। ਜਿਸ ਤਰ੍ਹਾਂ ਦੇਖੋ, ਉਹ ਸ਼ਬਦ ਜੋ ਜਿਨ੍ਹਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਸ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਦੇ ਕਦੇ, ਕਿਉਂਕਿ, ਤਾਂ ਹੀ, ਇਸੇ ਤਰ੍ਹਾਂ, ਜਿਉਂ, ਜੂ ਆਦਿ। ਮੈਂ ਤੇਰੀ ਦੋਸਤੀ ਇਸੇ ਕਾਰਨ ਛੱਡੀ ਹੈ। ਦੇਖੋ ਮੈਂ ਤੇਰੀ ਦੋਸਤੀ ਛੱਡ ਦਿੱਤੀ ਹੈ, ਇਸ ਦਾ ਕਾਰਨ ਇਹ ਹੈ। ਮੈਂ ਕਾਰਨ ਦੱਸਦਾ, ਕਿਸ ਕਾਰਨ ਦੋਸਤੀ ਛੱਡੀ ਹੈ, ਮੈਨੇ ਇਸੇ ਕਾਰਨ ਦੋਸਤੀ ਛੱਡੀ ਹੈ। ਉਹ ਕਾਰਨ ਕੋਈ ਵੀ ਹੋ ਸਕਦਾ ਹੈ। ਕਾਰਨਵਾਚਕ ਕਿਰਿਆ ਵਿਸ਼ੇਸ਼ਣ ਭਾਵ ਜਿਨ੍ਹਾਂ ਤੋਂ ਸਾਨੂੰ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ। ਮੈਂ ਟਿਊਸ਼ਨ ਰੱਖੀ ਹੈ ਤਾਂ ਜੋ ਪਾਸ ਹੋ ਸਕਾਂ। ਦੇਖੋ ਤਾਂ ਜੋ ਕਾਰਨ ਹੈ ਨਾ, ਕੀ ਕਾਰਨ ਹੈ ਕਿ ਮੈਨੇ ਪਾਸ ਹੋਣਾ ਹੈ, ਅਤੇ ਪਾਸ ਹੋਣਾ ਹੈ ਇਸੇ ਕਾਰਨ ਮੈਨੇ ਟਿਊਸ਼ਨ ਰੱਖੀ ਹੈ। ਤਾਂ ਜੋ ਦਾ ਮਤਲਬ ਇਸੇ ਕਾਰਨ। ਦੇਖੋ ਇਹ ਕਾਰਨ ਹੋ ਗਿਆ ਕਿ ਮੈਨੇ ਪਾਸ ਹੋਣਾ ਹੈ। ਠੀਕ ਹੈ ਵਿਦਿਆਰਥੀਓ, ਆਪਣੇ 7 ਪੁਆਇੰਟ ਕਲੀਅਰ ਹੋ ਚੁੱਕੇ ਹਨ ਉੱਪਰ। ਅੱਗੇ ਆਪਾਂ 8ਵਾਂ ਇਹਦਾ ਲਾਸਟ ਜੋ ਪੁਆਇੰਟ ਆ ਉਸ ਨੂੰ ਪੜ੍ਹਦੇ ਹਾਂ। ਅੱਗੇ ਵਿਦਿਆਰਥੀਓ ਆ ਗਿਆ ਆਪਣਾ ਆਖਰੀ ਜੋ ਪੁਆਇੰਟ ਹੈ ਕਿਰਿਆ ਵਿਸ਼ੇਸ਼ਣ ਦਾ 8ਵੀਂ ਕਿਸਮ ਕਿ ਨਿਸ਼ਚੈ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ। ਦੇਖੋ ਵਿਦਿਆਰਥੀਓ, ਤਾਕੀਦ ਦਾ ਮਤਲਬ ਜਿਸ ਤਰ੍ਹਾਂ ਤੁਹਾਡੇ ਮਾਤਾ ਪਿਤਾ, ਕਈ ਵਾਰ ਤੁਸੀਂ ਮੰਨ ਲਓ ਬਾਜ਼ਾਰ ਜਾਂਦੇ ਹੋ, ਤੁਹਾਡੇ ਮਾਤਾ ਪਿਤਾ ਤੁਹਾਨੂੰ ਤਾਕੀਦ ਕਰਕੇ ਭੇਜਦੇ ਹਨ ਕਿ ਮੋਟਰਸਾਈਕਲ ਹੌਲੀ ਚਲਾਉਣਾ ਹੈ। ਇਹ ਤਾਕੀਦ ਕਰ ਰਹੇ ਨੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਘਰ ਵਿੱਚ ਬੈਠ ਕੇ ਜ਼ਰੂਰ ਪੜ੍ਹਨਾ ਹੈ, ਤੁਸੀਂ ਕਦੇ ਝੂਠ ਨਹੀਂ ਬੋਲਣਾ। ਤਾਕੀਦ ਕਰ ਰਿਹਾ ਸਾਨੂੰ। ਠੀਕ ਹੈ ਵਿਦਿਆਰਥੀਓ, ਦੇਖੋ ਉਹ ਕਿਰਿਆ ਵਿਸ਼ੇਸ਼ਣ ਜੋ ਕਿਸੇ ਕਿਰਿਆ ਦੇ ਹੋਣ ਦੀ ਤਾਕੀਦ ਜਾਂ ਪੱਕਿਆਈ ਦਰਸਾਉਣ ਤਾਕੀਦਵਾਚਕ ਜਾਂ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਜਿਵੇਂ ਕਿ ਜ਼ਰੂਰ,
बिल्कुल, बहुत अच्छा, हाँ जी, भी, ही आदि। जिमें उदाहरण देखो, मेरी गल बिल्कुल ना भुलना, मैं ਤੁਹਾਨੂੰ ਤਾਕੀਦ ਕਰ ਰਿਹਾ ਹਾਂ। मैं निश्चय ਨਾਲ ਕਹਿ ਰਿਹਾ कि मेरी गल ना भुलना, ਤੁਸੀਂ याद रखना मेरी गल। उसकी ही शरारत है, ये शरारत उसकी ही है, निश्चय ਨਾਲ उरे कह रहा मैं। ਇਹ देखो 10 लोग खड़े हैं, ਉਹਨਾਂ ਦੇ ਵਿੱਚੋਂ ਇੱਕ ਵਿਦਿਆਰਥੀ ਵੱਲ मैं ਉਂਗਲ करके कह रहा हाँ उसकी ही शरारत है, यानी कि मैनू पूरा निश्चा है, मैनू पूरा विश्वास है कि यह जो गलती की है यह उसने ही की है। ठीक है विद्यार्थियों, निश्चयवाचक ताकीदवाचक क्रिया विशेषण की होंदा है? वो क्रिया विशेषण जो किसी क्रिया के होण की ताकीद ਜਾਂ ਪੱਕਿਆਈ ਨੂੰ ਦਰਸਾਉਂਦੇ ਹਨ, ਤਾਕੀਦਵਾਚਕ ਜਾਂ ਫਿਰ ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਉਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ। ਅੱਗੇ ਦੇਖੋ, ਇਹ ਜੋ 8 ਕਿਸਮਾਂ ਹਨ, ਉਰੇ ਇਹਦੇ 8 ਕਿਸਮਾਂ ਪੂਰੀਆਂ ਹੋ ਚੁੱਕੀਆਂ ਹਨ। ਮੈਂ ਵਿਦਿਆਰਥੀਓ ਤੁਹਾਨੂੰ ਕੁਝ ਕੁਐਸਚਨ ਵੀ ਦੇ ਰਿਹਾ ਹਾਂ ਅੱਗੇ, ਤੁਸੀਂ ਉਹ ਘਰੇ ਆਪ ਪ੍ਰੈਕਟਿਸ ਕਰਨੀ ਹੈ। ਬਾਕੀ ਮੈਂ ਕੱਲ੍ਹ ਨੂੰ ਇਸ ਦੀ PDF ਵੀ ਤੁਹਾਨੂੰ ਭੇਜੂੰਗਾ ਜ਼ਰੂਰ, ਅਤੇ ਤੁਸੀਂ ਉਸ PDF ਦੇ ਵਿੱਚ ਜੋ ਉੱਤਰ ਦਿੱਤੇ ਹੋਏ ਹਨ ਤੁਸੀਂ ਉਸ ਦੇ ਨਾਲ ਮਿਲਾ ਕੇ ਦੇਖਣਾ ਹੈ ਕਿ ਤੁਹਾਡੇ ਕਿੰਨੇ ਆਨਸਰ ਸਹੀ ਹਨ। ਤੁਸੀਂ ਇਹ ਸਾਰੇ ਜੋ ਜਿੰਨੇ ਵੀ ਮੈਂ MCQ ਕੁਐਸਚਨ ਤੁਹਾਨੂੰ ਕਰਾਉਣ ਲੱਗਿਆ ਹਾਂ, ਤੁਸੀਂ ਕਾਪੀ ਦੇ ਉੱਤੇ ਇਹ ਲਿਖਣੇ ਹਨ। ਸਿਰਫ ਪਹਿਲਾਂ ਕੁਐਸਚਨ ਲਿਖੋ, ਫਿਰ ਉਹਦਾ ਉੱਤਰ ਆਨਸਰ ਲਿਖੋ ਬਸ। ਜੋ 4 ਆਪਸ਼ਨਸ ਨੇ, ਚਾਰੇ ਆਪਸ਼ਨਸ ਲਿਖਣ ਦੀ ਜ਼ਰੂਰਤ ਨਹੀਂ ਹੈ। ਸਿਰਫ ਤੁਸੀਂ ਕੀ ਕਰਨਾ ਹੈ, ਪਹਿਲਾਂ पूरा प्रश्न लिखना है तो उसका 4 ऑप्शनों विचों जो उसका आंसर है, जो उसका उत्तर है, तुसी उन्हों लिखना है। फिर विद्यार्थियों जो पहला प्रश्न है देखो, मल्टी चॉइस क्वेश्चन हैं सारे। क्रिया की विशेषता दसन वाले शब्दों को की कहा जाता है? उरे 4 ऑप्शन दिते हैं, तुसी ऑप्शन जो चंगी तरह ध्यान नाल पढ़ो, पॉज करके रोक के पढ़ो, और जो उसका उत्तर है उसनों अपनी कापी उत्ते लिखो। अगे देखो विद्यार्थियों, दूसरा क्वेश्चन है, क्रिया विशेषण दियाँ किस्मां किन्नियां हन? आपां सारे किस्मां बारे पढ़िया है, तुसी देखना है इस दियाँ जो किस्मां हन वो किन्नियां हन। अगे विद्यार्थियों तीसरा क्वेश्चन जो है, क्रिया विशेषण दियाँ किन्नियां अवस्थावां हन? यह क्वेश्चन चाहे मैनूं लगदा विच नहीं आया, चलो इसका आंसर मैं तुहानूं दस देवांगा, ਜਾਂ फिर जो मैं तुहानूं एक लिस्ट भेज रहा हाँ उसदे विच भी है। इसदियां जो किस्मां हैं मैं तुहानूं उन्हां किस्मां बारे एक बार दस्सण जा रहा। विद्यार्थी देखो, जो क्रिया विशेषण दी अवस्थावां हुंदियां हन, ये 3 हुंदियां हन। सधारण अवस्था देखो, सधारण विच सिंपल है, जो जिस तरह आपां पढ़िया सी, राम तेज़ दौड़ता है, मिल्खा सिंह तेज़ दौड़ता है, यह सधारण अवस्था है। जो क्रिया विशेषण केवल क्रिया की विशेषता ही प्रगट करे उसनूं सधारण अवस्था कहते हैं। जिमें घोड़ा तेज़ दौड़ता है, इस तेज़ जो है वो सधारण अवस्था है। दूसरा है प्रश्नक अवस्था, देखो जिहदे विचों कोई प्रश्न उठ रहा हो, ठीक है, जिस तरह जिमें जिमें किमें कित्थे वगैरह वगैरह। जो क्रिया विशेषण केवल क्रिया की विशेषता प्रगट करन दे नाल नाल कुछ पुछण दा काम भी करे उसनूं क्रिया विशेषण दी प्रश्नक अवस्था कहा जाता है। जिमें तुसी कित्थे गए सी, इस कित्थे जो है इत्थों प्रश्न पैदा हो रहा है। अगे आ गया योजकी। योजक का बेटे मतलब होंदा जिहड़ा 2 वाकां नूं आपस दे विच जोड़दा है, योजक दा काम करे। देखो जो क्रिया विशेषण क्रिया की विशेषता दसन दे नाल नाल 2 वाकां नूं जोड़न दा काम भी करे उसनूं कहा जाता है योजकी अवस्था। इस तरह जो क्रिया विशेषण होंदियां हन, इस दियां कितनी अवस्थावां होंदियां हन? 3 होंदियां हन। ठीक है जी। अगे आपां जो है अगला क्वेश्चन करते हाँ। 3 क्वेश्चन हो चुके हैं जी। अगे चौथा क्वेश्चन देखो, हेठ लिखिया विचों क्रिया विशेषण चुनो। देखो उरे 4 ऑप्शन लिखिया हुई हैं, तुसी इन्हां विचों कुछ नाम भी हो सकते हैं, कुछ क्रियावां भी हो सकदियां ने, अते पर जो क्रिया दी विशेषतावां हैं आपां ने उन्हां दी नूं चुनना है। उरे अगे 5वां क्वेश्चन है, क्रिया दे कम होण दा समां दस्सण वाले क्रिया विशेषणां नूं किहड़े-किहड़े विशेषण कहा जाता है? देखो विद्यार्थियों, क्रिया दे कम होण दा समां दस्सण वाले नूं आपां पढ़िया सीगा ये ऑप्शन जो सानूं समय बारे दस्सण, तां तुसीं ये आप देखो की है। दूसरा पॉइंट सीगा ये दूसरी प्रकार सी। अगे आ गया कालवाचक क्रिया विशेषण। ये कालवाचक किहड़ा है? सब तो पहली किस्म सीगी देखो कालवाचक। तुसीं देखो विद्यार्थियों, ये 4 अपने को MCQ दे ऑप्शन हैं, ठीक है, इन्हां चों कालवाचक किहड़ा है?
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਘਟਨਾ ਵਾਪਰਨ ਦੇ ਸਥਾਨ ਦਾ ਪਤਾ ਲੱਗੇ ਉਹ ਕਿਸ ਪ੍ਰਕਾਰ ਦੀ ਕਿਰਿਆ ਵਿਸ਼ੇਸ਼ਣ ਹੁੰਦੀ ਹੈ। 7ਵਾਂ ਕੁਐਸਚਨ। 8ਵਾਂ ਕੁਐਸਚਨ ਹੈ, ਦੇਖੋ ਹੇਠ ਲਿਖਿਆ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੈ। ਤੁਸੀਂ ਦੇਖੋ, ਪੜ੍ਹ ਕੇ ਪਾਜ਼ ਕਰਕੇ ਵੀਡੀਓ ਰੋਕ ਕੇ ਫਿਰ ਦੇਖੋ। ਅੱਗੇ 9ਵਾਂ ਕੁਐਸਚਨ, ਕਿਰਿਆ ਦੀ ਗਿਣਤੀ ਜਾਂ ਮਿਕਦਾਰ ਦਰਸਾਉਣ ਵਾਲੇ ਕਿਰਿਆ ਵਿਸ਼ੇਸ਼ਣ ਦਾ ਨਾਂ ਦੱਸੋ। ਇਹਨਾਂ ਵਿੱਚੋਂ ਹੇਠ ਲਿਖਿਆ ਵਿੱਚੋਂ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹੇਠ ਲਿਖਿਆ ਵਿੱਚੋਂ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਹੇਠ ਲਿਖਿਆ ਵਿੱਚੋਂ ਕਾਰਣਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਅਤੇ 13ਵਾਂ ਕੁਐਸਚਨ ਹੈ, ਹੇਠ ਲਿਖੇ ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਹੋਣ ਦੇ ਢੰਗ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ। ਅੱਗੇ 14ਵਾਂ ਕੁਐਸਚਨ ਸਾਡੇ ਕੋਲ ਹੈ, ਨਿਸ਼ਚੈਵਾਚਕ ਕਿਰਿਆ ਵਿਸ਼ੇਸ਼ਣ ਚੁਣੋ। 4 ਆਪਸ਼ਨਸ ਨੇ, ਦੇਖੋ ਕਿਹੜਾ ਹੈ ਇਹਨਾਂ 'ਚੋਂ ਨਿਸ਼ਚੈਵਾਚਕ। ਚਾਹੇ ਵਿਦਿਆਰਥੀਓ ਕੁਐਸਚਨ ਕਰਨ ਦੇ ਸਮੇਂ ਤੁਸੀਂ ਵੀਡੀਓ ਨੂੰ ਦੁਬਾਰਾ ਇੱਕ ਵਾਰ ਫਿਰ ਦੇਖ ਲਿਓ। ਇਸ ਦਾ ਫਾਇਦਾ ਇਹ ਰਹੇਗਾ, ਇੱਕ ਤਾਂ ਤੁਹਾਨੂੰ ਗੱਲ ਸਮਝ ਜਲਦੀ ਲੱਗ ਜਾਵੇਗੀ, ਕਿਉਂਕਿ ਜਦੋਂ ਅਸੀਂ ਕਲਾਸ ਦੇ ਵਿੱਚ ਹੁੰਦੇ ਹਾਂ ਤਾਂ ਇੱਕ ਬਹੁਤ ਵਧੀਆ ਇਨਵਾਇਰਮੈਂਟ ਬਣਿਆ ਹੁੰਦਾ ਹੈ। ਕੁਝ ਵਿਦਿਆਰਥੀ ਕਈ ਵਾਰ ਕਲਾਸ ਦੇ ਵਿੱਚ ਕੋਈ ਕੁਐਸਚਨ ਪੁੱਛਦੇ ਹਨ ਤਾਂ ਉਹ ਜੋ ਕੁਐਸਚਨ ਪੁੱਛਦੇ ਹਨ ਉਹ ਉਸ ਦਾ ਉੱਤਰ ਹੋਰ ਵੀ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਆਉਂਦਾ, ਪਰ ਫਿਰ ਜਦੋਂ ਅਧਿਆਪਕ ਉਸ ਦਾ ਆਨਸਰ ਜਵਾਬ ਦਿੰਦਾ ਹੈ ਤਾਂ ਸਾਰੀ ਕਲਾਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਕੁਐਸਚਨ ਦਾ ਜੋ ਉੱਤਰ ਹੈ ਉਹ ਕੀ ਹੈ। ਪਰ ਉਰੇ ਇਸ ਤਰ੍ਹਾਂ ਪੋਸੀਬਲ ਨਹੀਂ ਹੈ, ਅਤੇ ਇਸ ਕਰਕੇ ਤੁਸੀਂ ਵੀਡੀਓ ਦੁਬਾਰਾ ਦੇਖ ਲਿਓ ਇੱਕ ਵਾਰੀ। ਪਹਿਲਾਂ ਇਹ ਇੱਕ ਵਾਰ ਵੀਡੀਓ ਦੇਖ ਕੇ ਕੁਐਸਚਨ ਸਾਰੇ ਦੇਖੋ, ਇੱਕ ਕਾਪੀ ਉੱਤੇ ਨੋਟ ਕਰੋ, ਫਿਰ ਤੁਸੀਂ ਕੋਈ ਗੱਲ ਨਹੀਂ, ਤੁਸੀਂ ਇੱਕ ਵਾਰ ਵੀਡੀਓ ਦੁਬਾਰਾ ਫਿਰ ਦੇਖੋ, ਉਹਨਾਂ ਦੇ ਜੋ ਆਨਸਰ ਨੇ ਉਹ ਲੱਭਣ ਦੀ ਕੋਸ਼ਿਸ਼ ਕਰੋ। ਅੱਗੇ ਵਿਦਿਆਰਥੀਓ 15ਵਾਂ ਕੁਐਸਚਨ ਆਪਣੇ ਕੋਲ ਹੈ, ਜਿਹੜੇ ਕਿਰਿਆ ਵਿਸ਼ੇਸ਼ਣ ਕੰਮ ਦੇ ਹੋਣ ਜਾਂ ਨਾ ਹੋਣ ਦਾ ਨਿਰਣਾ ਦੇਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦਾ ਨਾਂ ਦੱਸਦੇ ਹਨ। ਕਾਲਵਾਚਕ ਕਿਰਿਆ ਵਿਸ਼ੇਸ਼ਣ ਕਿਰਿਆ ਦਾ ਕੀ ਦੱਸਦੇ ਹਨ। ਦੇਖੋ ਪਹਿਲਾ ਕੁਐਸਚਨ ਸਾਰੇ ਆਏ ਹੋਏ ਨੇ ਪੇਪਰਾਂ ਦੇ ਵਿੱਚ। ਇਹ ਅੱਗੇ ਆ ਗਿਆ, ਇਸ ਲਈ ਸ਼ਬਦ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਵੰਨਗੀ ਵਿੱਚੋਂ ਹੈ। ਭਾਵ ਵੰਨਗੀ ਮੀਨਸ ਕਿਹੜੀ ਕਿਸਮ ਦੇ ਵਿੱਚੋਂ ਹੈ। 8 ਕਿਸਮਾਂ ਆਪਾਂ ਕੀਤੀਆਂ ਹਨ, ਉਹਨਾਂ 'ਚੋਂ ਦੇਖੋ ਤੁਸੀਂ ਇਹ ਸ਼ਬਦ ਕਿਹਦੇ ਵਿੱਚ ਆਉਂਦਾ ਹੈ। ਇਸ ਲਈ ਬਹੁਤ ਆਸਾਨ ਹੈ, ਜਦੋਂ ਆਪਸ਼ਨ ਪੜ੍ਹੋਗੇ ਤੁਸੀਂ। ਉਹ ਤੇਜ਼ ਦੌੜਦਾ ਹੈ, ਵਾਕ ਵਿੱਚ ਕਿਰਿਆ ਵਿਸ਼ੇਸ਼ਣ ਚੁਣੋ। ਇਹਨਾਂ ਵਿੱਚੋਂ ਦੌੜਨ ਦੀ ਵਿਸ਼ੇਸ਼ਤਾ ਕੀ ਹੈ, ਤੁਸੀਂ ਇਸ ਨੂੰ ਚੂਜ਼ ਕਰਨਾ ਹੈ। ਸੋ ਵਿਦਿਆਰਥੀਓ, ਇਸ ਦੇ ਨਾਲ ਹੀ ਆਪਣਾ ਜੋ ਹੈ ਇਹ ਅੱਜ ਦੀ ਉਰੇ ਵੀਡੀਓ ਕੰਪਲੀਟ ਹੁੰਦੀ ਹੈ। ਇਹ ਟੌਪਿਕ ਉਰੋਂ ਕੰਪਲੀਟ ਹੁੰਦਾ ਹੈ। ਤੁਸੀਂ ਨੇ ਇਹ ਸਾਰੇ ਜੋ ਕੁਐਸਚਨਸ ਨੇ ਆਪ ਕਾਪੀ ਉੱਤੇ ਲਿਖਣੇ ਹਨ ਅਤੇ ਉਹਨਾਂ ਦੇ ਉੱਤਰ ਦੇਣੇ ਹਨ। ਬਾਕੀ ਮੈਂ ਇਸ ਦੀ ਜੋ PDF ਹੈ ਉਹ ਵੀ ਮੈਂ ਗਰੁੱਪ ਵਿੱਚ ਪਾ ਦੇਵਾਂਗਾ, ਤਾਂ ਜੋ ਤੁਹਾਨੂੰ ਖੁਦ ਆਪ ਪੜ੍ਹਨ ਦੇ ਵਿੱਚ ਆਸਾਨੀ ਹੋ ਸਕੇ, ਤੁਸੀਂ ਸੈਲਫ ਸਟੱਡੀ ਵੀ ਕਰ ਸਕੋ। ਕਿਉਂਕਿ ਹੋ ਸਕਦਾ ਹੈ ਕੋਈ ਕਿਤਾਬ ਬੱਚਿਆਂ ਕੋਲ ਵਿਦਿਆਰਥੀਆਂ ਕੋਲ ਹਜੇ ਬੁੱਕਸ ਵੀ ਨਾ ਹੋਣ, ਤਾਂ ਤੁਸੀਂ PDF ਡਾਊਨਲੋਡ ਕਰਕੇ ਤੁਸੀਂ ਉਸ ਨੂੰ ਵੀ ਪੜ੍ਹ ਸਕਦੇ ਹੋ, ਤਾਂ ਤੁਹਾਨੂੰ ਜੋ ਇਹ ਟੌਪਿਕ ਹੈ ਚੰਗੀ ਤਰ੍ਹਾਂ ਕਲੀਅਰ ਹੋ ਜਾਵੇਗਾ। ਸੋ ਵਿਦਿਆਰਥੀਓ, ਇਸ ਦੇ ਨਾਲ ਹੀ ਆਪਣੀ ਵੀਡੀਓ ਆਪਾਂ ਉਰੇ ਖਤਮ ਕਰਦੇ ਹਾਂ ਅੱਜ, ਅਤੇ ਜਲਦੀ ਹੀ ਨਵੀਂ ਵੀਡੀਓ ਲੈ ਕੇ ਫਿਰ ਮਿਲਾਂਗੇ। ਸਾਰਿਆਂ ਨੂੰ ਖੁਸ਼ ਰਹੋ, ਤੰਦਰੁਸਤ ਰਹੋ, ਹੱਸਦੇ ਵੱਸਦੇ ਰਹੋ। ਧੰਨਵਾਦ।